ਬਾਬਾ ਜੀ ਅੱਜ ਕਿਵੇਂ ਆਉਣੇ ਹੋਏ ਨੇ ਪਹਿਲਾਂ ਤਾਂ ਇਹ ਦੱਸੋ ਜੀ। ਪਟਿਆਲੇ ਦੀ ਧਰਤੀ ਤੇ। ਅੱਜ ਦੇਖੋ ਇੱਥੇ ਨਾ ਪਟਿਆਲੇ ਦੇ ਵਿੱਚ ਗਿਆਨੀ ਗਿਆਨ ਸਿੰਘ ਜੀ ਜਿਹੜੇ ਹੋਏ ਨੇ ਪੰਥ ਦੇ ਪ੍ਰਸਿੱਧ ਲਿਖਾਰੀ ਵੀ ਹੋਏ ਨੇ, ਵਿਦਵਾਨ ਵੀ ਹੋਏ ਨੇ। ਉਹਨਾਂ ਦੇ 200 ਸਾਲਾ ਜਨਮ ਨੂੰ ਸਮਰਪਿਤ ਇੱਥੇ ਪ੍ਰੋਗਰਾਮ ਗਿਆਨ ਪੱਤਰਿਕਾ ਜਿਹੜੇ ਮਿਸ਼ਨ ਆ ਉਹਨਾਂ ਵੱਲੋਂ ਕਰਾਇਆ ਗਿਆ। ਭਾਈ ਜੀ ਜੀ ਸਿਮਰ ਸਿੰਘ ਜੀ ਉਹਦੇ ਜਿਹੜੇ ਹੈਗੇ ਨੇ ਸੰਚਾਲਕ ਨੇ, ਭਾਈ ਭਗਵਾਨ ਸਿੰਘ ਜੀ ਫੌਜੀ ਹੋਣੀ। ਅਤੇ ਇੱਥੇ ਕੇਸ ਮੁਕਾਬਲੇ ਵੀ ਕਰਵਾਏ ਗਏ ਨੇ, ਦਸਤਾਰ ਮੁਕਾਬਲੇ ਵੀ, ਗੁਰਬਾਣੀ ਕੰਠ ਮੁਕਾਬਲੇ ਵੀ, ਚਿੱਤਰਕਲਾ ਜਿਹੜੀ ਹੁੰਦੀ ਆ ਉਹ ਵੀ ਮੁਕਾਬਲੇ ਕਰਵਾਏ ਗਏ ਨੇ ਇੱਥੇ। ਅਤੇ ਇੱਕ ਇੱਥੇ 4 ਅਵਾਰਡ ਵੀ ਜਿਹੜੇ ਸੰਗਤ ਨੂੰ ਦਿੱਤੇ ਜਾ ਰਹੇ ਨੇ। ਜਿਹੜੇ ਕੋਈ ਸੇਵਾ ਕਰਦਾ ਦਾਸ ਨੂੰ ਵੀ ਇੱਕ ਇਹਨਾਂ ਦੀ ਸੰਸਥਾ ਵੱਲੋਂ, ਪੰਥ ਵੱਲੋਂ ਜਿਹੜਾ ਅਵਾਰਡ ਆ, ਭਾਈ ਮਹਿਤਾਬ ਸਿੰਘ ਜੀ ਵੀਰ ਜਿਹੜੇ ਹੋਏ ਨੇ ਉਹਨਾਂ ਦੇ ਅਵਾਰਡ ਦੇ ਨਾਮ ਨਾਲ ਦਾਸ ਨੂੰ ਵੀ ਸਨਮਾਨਿਤ ਕੀਤਾ ਗਿਆ, ਅਵਾਰਡ ਦਿੱਤਾ ਗਿਆ। ਮੈਂ ਸਾਰੀਆਂ ਸੰਗਤਾਂ ਦਾ, ਸਾਰੇ ਪੰਥ ਦਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕੋਟਾਂ ਧੰਨਵਾਦ ਕਰਦਾ ਹਾਂ ਕਿ ਮੈਂ ਇਸ ਲਾਇਕ ਤਾਂ ਨਹੀਂ ਸੀਗਾ, ਪਰ ਸੰਗਤ ਨੇ, ਪੰਥ ਨੇ ਜਿਹੜਾ ਮਾਣ ਦਿੱਤਾ ਉਹ ਇੱਕ ਬਹੁਤ ਵੱਡਾ ਮੈਂ ਮਹਿਸੂਸ ਕਰਦਾ। ਜੋ ਸੰਗਤਾਂ ਨੇ ਇਹ ਅਵਾਰਡ ਦੇ ਕੇ ਸਨਮਾਨਿਤ ਕੀਤਾ ਹੈ। ਜਿਹੜਾ ਅਵਾਰਡ ਵਾਸਤੇ ਮੈਨੂੰ ਚੁਣਿਆ ਗਿਆ, ਉਹਨਾਂ ਨੇ ਭਰੋਸਾ ਕੀਤਾ। ਮੈਂ ਸੰਗਤ ਦੇ ਜਿਹੜੇ ਭਰੋਸੇ ਦੇ ਉੱਤੇ ਪੂਰੇ ਫੁੱਲ ਚੜਾਊਂਗਾ ਜੀ। ਜਿਹੜੇ ਅਵਾਰਡ ਹੁੰਦੇ ਨੇ ਪੰਥ ਵੱਲੋਂ, ਤੁਸੀਂ ਕਿਹਾ ਕਿ ਉਹਨਾਂ ਦੇ ਸੰਗਤ ਦੇ ਜਿਹੜੇ ਭਰੋਸੇ ਨੇ ਉਹਨਾਂ ਨੂੰ ਆਪਾਂ ਕਾਇਮ ਰੱਖਾਂਗੇ। ਬਾਬਾ ਜੀ, ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਲਗਾਤਾਰ 2015 ਤੋਂ ਥੰਮਣ ਦਾ ਨਾਂ ਨਹੀਂ ਰਹਿ ਰਹੀ। ਜਿਵੇਂ ਸਿੰਘੂ ਬਾਰਡਰ ਦੇ ਉੱਤੇ ਇੱਕ ਘਟਨਾ ਵਾਪਰੀ ਸੀ, ਤਾਂ ਉਸ ਘਟਨਾ ਦੇ ਮੁਤਾਬਕ ਜਦੋਂ ਕਿਸੇ ਨੇ ਹੌਸਲਾ ਕੀਤਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬੇਅਦਬੀ ਕਰਨ ਲਈ, ਤਾਂ ਉੱਥੇ ਸਿੰਘਾਂ ਨੇ ਮੌਕੇ 'ਤੇ ਹੀ ਸੋਧਾ ਲਾਇਆ, ਨਿਹੰਗ ਸਿੰਘ ਜਥੇਬੰਦੀਆਂ ਨੇ ਸੋਧਾ ਲਾਇਆ। ਉਸ ਤੋਂ ਉਪਰੰਤ ਜਿਹੜੀ ਇੱਕ ਨਵੀਂ ਪਿਰਤ ਆ ਕਿ ਜਿਹੜਾ ਸੋਸ਼ਲ ਨੈਟਵਰਕ ਆ ਉਹਦੇ ਉੱਤੇ ਪਿੱਛੇ ਜੇ ਲੁਧਿਆਣੇ ਦੇ ਇੱਕ ਸ਼ਿਵ ਸੈਨਿਕ ਨੇ ਗੁਰੂ ਨਾਨਕ ਸਾਹਿਬ, ਜਗਤ ਗੁਰੂ ਨਾਨਕ ਸਾਹਿਬ ਦੇ ਖਿਲਾਫ, ਉਹਨਾਂ ਦੇ ਪਿਤਾ ਜੀ ਦੇ ਖਿਲਾਫ ਬਹੁਤ ਭੱਦੀ ਸ਼ਬਦਾਵਲੀ ਵਰਤੀ ਸੀ, ਅਤੇ ਉਹਨੂੰ, ਉਸ ਬੰਦੇ ਨੂੰ ਅਜੇ ਤੱਕ ਅਰੈਸਟ ਨਹੀਂ ਕੀਤਾ ਗਿਆ, ਅਤੇ ਧਰਨਾ ਜਿਹੜਾ ਆ ਉਹ ਸਿੰਘਾਂ ਦਾ ਲੱਗਾ ਹੋਇਆ। ਇਹਦੇ ਬਾਬਤ ਨਿਹੰਗ ਸਿੰਘ ਜਥੇਬੰਦੀਆਂ ਨੇ ਜਿਹੜੀਆਂ ਉਹ ਕੀ ਫੈਸਲਾ ਲੈਣਗੀਆਂ ਜੀ? ਦੇਖੋ, ਜਿਹੜੇ ਗੁਰੂ ਸਾਹਿਬ ਦੇ ਬੇਅਦਬੀ ਦੇ ਮਾਮਲੇ ਨੇ, ਬਹੁਤ ਚਿਰ ਤੋਂ ਇਹ ਜਿਹੜੀਆਂ ਘਟਨਾਵਾਂ ਘੋਰ ਬੇਅਦਬੀ ਦੀ ਹੋ ਰਹੀਆਂ ਨੇ, ਲਗਾਤਾਰ ਜਾਰੀ ਸੀ। ਸਿੰਘੂ ਬਾਰਡਰ ਦੇ ਉਹ ਜਦੋਂ ਨਿਹੰਗ ਸਿੰਘਾਂ ਦੇ ਦਲ ਦੇ ਵਿੱਚ ਪਹੁੰਚੇ ਦੁਸ਼ਟ, ਉਹਨਾਂ ਨੂੰ ਸੋਧਾ ਲਾਇਆ ਗਿਆ। ਸਾਰਾ ਕੁਛ ਆਪ ਨੇ ਦੇਖਿਆ ਵਾ ਜੀ। ਸਿੰਘ ਭੱਜੇ ਨਹੀਂ, ਲੁਕੇ ਨਹੀਂ, ਆਪਣੇ ਆਪ ਨੂੰ ਜਿਹੜੀ ਗ੍ਰਿਫਤਾਰੀ ਦਿੱਤੀ ਆ ਉਹਨਾਂ ਨੇ ਕਿਹਾ ਵੀ ਅਸੀਂ ਸੋਧਾ ਲਾਇਆ, ਕਿਉਂਕਿ ਗੁਰੂ ਸਾਹਿਬ ਦੇ ਸਾਡੇ ਇਸ਼ਟ ਨੂੰ ਉਹਨਾਂ ਨੇ ਹੱਥ ਪਾਇਆ ਸੀਗਾ। ਅਤੇ ਹੁਣ ਦੁਸ਼ਟ ਲੋਕਾਂ ਵੱਲੋਂ ਗੁਰੂ ਪਾਤਸ਼ਾਹ ਮਹਾਰਾਜ ਜੀਆਂ ਦੇ ਬਾਰੇ ਗਲਤ ਬੋਲਣਾ, ਇਹ ਇੱਕ ਬਹੁਤ ਵੱਡੀ ਘਟਨਾ ਹੈ। ਜਾਣ ਬੁੱਝ ਕੇ ਜਿਹੜਾ ਪੰਥ ਹੈ ਨਾ, ਉਹਨੂੰ ਜਾਣ ਬੁੱਝ ਕੇ ਕਿਸੇ ਨਾ ਕਿਸੇ ਪਾਸੇ ਉਲਝਾਇਆ ਜਾਂਦਾ ਵੀ ਜਿਹੜਾ ਇਹ ਕੋਈ ਚੰਗਾ ਕੰਮ ਨਾ ਕਰ ਲੈਣਾ। ਦੇਖੋ, ਪੰਥ ਦੀ ਜਿਵੇਂ ਉਕਸਾ ਰਹੇ ਨੇ ਪੰਥ ਨੂੰ। RSS ਜਿਹੜੀ ਆ ਉਹ ਸਾਨੂੰ ਕਿਸੇ ਨਾ ਕਿਸੇ ਪਾਸੇ ਉਲਝਾ ਰਹੀ ਆ। ਜਿਵੇਂ ਹੁਣ ਉਹਨੇ ਬੋਲਿਆ ਜਿਹੜਾ ਨਿਲ ਅਰੋੜਾ, ਮੈਂ ਕਹਿੰਦਾ ਮੈਂ ਜਥੇਬੰਦੀਆਂ ਨੂੰ ਅਪੀਲ ਕਰਨਾ ਵੀ ਤੁਸੀਂ ਰਹਿਣ ਦਿਓ, ਧਰਨੇ ਚੱਕ ਦਿਓ। ਇਹ ਨਾ ਸਮਝ ਲਿਓ ਕਿ ਮੈਂ ਉਹਦਾ ਪੱਖ ਲੈਣਾ ਜੀ ਬਾਬਾ ਜੀ। ਉਹ ਕਹਿੰਦੇ ਮਾਰੇ ਨਾਲੋਂ ਭਜਾਇਆ ਚੰਗਾ। ਜਦੋਂ ਕਿਸੇ ਦੇ ਡਿੱਕੇ ਚੜ੍ਹ ਗਿਆ, ਜਿਵੇਂ ਸਿੰਘੂ ਬਾਰਡਰ 'ਤੇ ਉਸ ਦੁਸ਼ਟ ਨੂੰ ਸੋਧਿਆ, ਇਸ ਤਰ੍ਹਾਂ ਸੋਧ ਦਿਓ। ਬਹੁਤ ਵਧੀਆ ਗੱਲ ਕਹੀ ਹੈ ਬਾਬਾ ਜੀ ਨੇ ਵੀ ਮਾਰੇ ਨਾਲੋਂ ਭਜਾਇਆ ਚੰਗਾ। ਭੱਜ ਗਿਆ ਆ, ਐਨਰਜੀ ਵੇਸਟ ਕਰਨ ਦੀ ਲੋੜ ਨਹੀਂ, ਜਦੋਂ ਆਊਗਾ ਕਿਤੇ ਨਾ ਕਿਤੇ ਕਿਸੇ ਸਿੰਘ ਦੇ ਢਿੱਕੇ ਚੜ੍ਹ ਜੂਗਾ, ਇਹਨਾਂ ਦਾ ਕਹਿਣਾ ਆ ਬਾਬਾ ਜੀਆਂ ਦਾ। ਅਤੇ ਬਾਬਾ ਜੀ, ਇੱਕ ਗੱਲ ਜਿਹੜੀ ਬੜੀ ਆ ਕਿ ਇੱਕ ਉਸ ਤੋਂ ਬਾਅਦ ਫਿਰ ਇੱਕ ਸੁਨੀਲ ਭਸੀਨ ਨਾਂ ਦਾ ਸ਼ਿਵ ਸੈਨਾ ਦਾ ਅਤੇ ਐਂਟੀ ਟੈਰਰਿਸਟ ਫਰੰਟ ਦਾ ਕੋਈ ਹੈਗਾ ਆ ਪ੍ਰਧਾਨ, ਜਵਾਕ ਜਿਹਾ ਆ, ਉਹਨੇ ਕਲਗੀਧਰ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਿਲਾਫ ਵੀ ਬਹੁਤ ਭੱਦੀ ਸ਼ਬਦਾਵਲੀ ਵਰਤੀ ਆ, ਜਿਹਦੇ ਸੰਬੰਧ ਦੇ ਵਿੱਚ ਜਿਹੜਾ ਹਿੰਦੂ ਕੌਮ ਦਾ ਇੱਕ ਉਹਨਾਂ ਨੇ ਆਪਣਾ ਤਖਤ ਬਣਾਇਆ, ਕਾਲੀ ਮਾਤਾ ਦਾ ਮੰਦਿਰ, ਉਹਦੇ ਜਿਹੜੇ ਸਰਪ੍ਰਸਤ ਨੇ
ਉਹਨਾਂ ਨੇ ਵੀ ਇਹਦਾ ਖੰਡਨ ਕੀਤਾ। ਉਹਨਾਂ ਨੇ ਕਿਹਾ ਵੀ ਜਿੱਥੇ ਵੀ ਅਜਿਹੇ ਲੋਕ ਫਸ ਜਾਣ ਜਾਂ ਜਿੱਥੇ ਵੀ ਇਹੋ ਜਿਹੇ ਲੋਕ ਅੜਿੱਕੇ ਚੜ੍ਹ ਜਾਣ, ਉਹਨਾਂ ਨੂੰ ਚੌਂਕ ਦੇ ਵਿੱਚ ਖੜਾ ਕੇ ਫਾਂਸੀ ਦੇ ਦੇਣੀ ਚਾਹੀਦੀ ਆ। ਤਾਂ ਇਸ ਜਿਹੜੀ ਕਾਰਵਾਈ ਜਿਹੜੀ ਹਿੰਦੂਆਂ ਵੱਲੋਂ ਵੀ, ਜਿਹੜੇ ਸੱਚੇ ਹਿੰਦੂ ਨੇ ਉਹਨਾਂ ਵੱਲੋਂ ਵੀ ਇਸ ਗੱਲ ਦੀ ਮੰਗ ਕੀਤੀ ਗਈ ਆ ਕਿ ਕਿਸੇ ਵੀ ਧਾਰਮਿਕ ਗ੍ਰੰਥ ਜਾਂ ਗੁਰੂ ਸਾਹਿਬਾਨਾਂ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤਣ ਵਾਲਿਆਂ ਦਾ ਚੁਰਾਹੇ 'ਚ ਕਤਲ ਕਰਨਾ ਚਾਹੀਦਾ ਹੈ। ਜਿਹੜਾ ਸੁਨੀਲ ਭਸੀਨ ਆ, ਉਹਨੇ ਜਿਹੜੀ ਭੱਦੀ ਸ਼ਬਦਾਵਲੀ ਵਰਤੀ ਆ, ਉਹਦੇ ਬਾਰੇ ਵੀ ਦੋ ਸ਼ਬਦ ਤੁਸੀਂ ਜ਼ਰੂਰ ਕਹੋ ਜੀ। ਦੇਖੋ ਜੀ, ਮੈਂ ਕਹਿੰਦਾ ਵੀ ਜਿਹੜਾ ਕੋਈ ਧਰਮ, ਸਿੱਖ ਧਰਮ, ਹਿੰਦੂ ਧਰਮ ਆ ਜਾਂ ਈਸਾਈ ਆ, ਮੁਸਲਮਾਨ ਧਰਮ, ਜਿਹੜਾ ਉਹਨਾਂ ਦੇ ਪੈਰੋਕਾਰ ਨੇ, ਅਸਲ ਜਿਹੜੇ ਆਪਣੇ ਧਰਮ ਦੇ ਵਿੱਚ ਪੱਕੇ ਨੇ, ਉਹ ਕਦੇ ਵੀ ਇਹੋ ਜਿਹੀ ਇੱਕ ਦੂਜੇ ਦੇ ਧਰਮਾਂ ਪ੍ਰਤੀ ਜਾਂ ਜਿਹੜੇ ਉਹਨਾਂ ਦੇ ਰਹਿਬਰ ਨੇ ਉਹਨਾਂ ਪ੍ਰਤੀ ਕੋਈ ਐਸੀ ਵੀ ਸ਼ਬਦਾਵਲੀ ਨਹੀਂ ਬੋਲ ਸਕਦੇ। ਇਹ ਸ਼ਰਾਰਤੀ ਅਨਸਰ ਜਾਣਬੁੱਝ ਕੇ ਜਿਹੜੇ ਸਾਡੇ ਗੁਰੂ ਸਾਹਿਬਾਨ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਾਂ ਸਾਡੇ ਹੋਰ ਵੱਡੇ ਵੱਡੇ ਯੋਧੇ ਨੇ, ਸੂਰਮੇ ਨੇ, ਜਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗੇ ਸਤਿਗੁਰਾਂ ਦੇ ਉੱਤੇ ਇਹਨਾਂ ਨੇ ਭੱਦੀ ਸ਼ਬਦਾਵਲੀ ਵਰਤੀ। ਸੁਨੀਲ ਵਰਗਿਆਂ ਨੇ, ਇਹ ਇਨਸਾਨ ਨਹੀਂ, ਇਹ ਤੇ ਗੰਦੇ ਨਾਲੀ ਦੇ ਕੀੜੇ ਨੇ। ਇਹ ਗੰਦੀ ਨਾਲੀ ਦੇ ਕੀੜੇ ਨੇ। ਬਾਬਾ ਜੀ, ਮੈਂ ਇਹ ਪੁੱਛਣਾ ਚਾਹੁੰਦਾ ਕਿ ਜਿਵੇਂ ਸੈਂਟਰ ਗਵਰਨਮੈਂਟ ਆ, ਜਿਹੜੀ ਬੀਜੇਪੀ ਦੀ ਸਰਕਾਰ ਆ, ਤੇ ਸਟੇਟ ਦੇ ਵਿੱਚ, ਸਾਡੀ ਦੇ ਵਿੱਚ ਜਿਹੜੀ ਪੰਜਾਬ ਸਟੇਟ ਆ, ਇਹਦੇ ਵਿੱਚ ਕਾਂਗਰਸ ਦੀ ਸਰਕਾਰ ਆ, ਉਹਨਾਂ ਬੰਦਿਆਂ ਨੂੰ ਨੱਥ ਨਹੀਂ ਪਾ ਰਹੀ। ਕਿਤੇ ਇਹ ਗੱਲ ਤਾਂ ਨਹੀਂ ਕਿ ਪੰਜਾਬ ਦੇ ਲੋਕਾਂ ਨੂੰ, ਨੌਜਵਾਨ ਗੱਭਰੂਆਂ ਨੂੰ ਫਿਰ ਦੁਬਾਰਾ ਉਸੇ ਗੱਲ ਵੱਲ ਧੱਕ ਕੇ ਇਹੋ ਜਿਹੀਆਂ ਸ਼ਬਦਾਵਲੀਆਂ ਬੋਲ ਕੇ ਕਿ ਉਹ ਇਹਨਾਂ ਦੇ ਖਿਲਾਫ ਹਥਿਆਰ ਚੁੱਕਣ ਤੇ ਅਸੀਂ ਇਹਨਾਂ ਦਾ ਸ਼ਿਕਾਰ ਕਰੀਏ? ਕਿਤੇ ਇਸ ਪਾਸੇ ਵੱਲੋਂ ਤਾਂ ਨਹੀਂ ਵੱਧ ਰਹੀ ਸਰਕਾਰ? ਮੈਂ ਕਹਿੰਦਾ ਹੁਣ ਵੀ ਸਰਕਾਰ ਫਿਰ ਕਹੂਗੀ ਤੇ ਸਾਡੀ ਪੰਜਾਬ ਦੀ ਸਰਕਾਰ ਆ, ਚਾਹੇ ਸੈਂਟਰ ਸਰਕਾਰ, ਫਿਰ ਤੁਸੀਂ ਕਹਿਣਾ ਵੀ ਜਿਹੜੇ ਸਿੱਖ ਨੇ ਉਹਨਾਂ ਨੇ ਆਪਣੇ ਹੱਥ 'ਚ ਕਾਨੂੰਨ ਲੈ ਲਿਆ ਜੀ। ਹੁਣ ਕਾਨੂੰਨ ਤੁਹਾਡੇ ਹੱਥ ਦੇ ਵਿੱਚ ਆ, ਹੁਣ ਕਾਨੂੰਨ ਇਹਨਾਂ ਦੇ ਹੱਥ, ਤੁਹਾਡੇ ਹੱਥ ਦੇ ਵਿੱਚ ਆ ਕਾਨੂੰਨ ਸਰਕਾਰਾਂ ਦੇ। ਇਹਨਾਂ ਨੂੰ ਛੇਤੀ ਸਾਡੇ ਗ੍ਰਿਫਤਾਰ ਕਰਕੇ ਇਹਨਾਂ ਨੂੰ ਸਖਤ ਸਜ਼ਾ ਦੇਣੀ ਚਾਹੀਦੀ ਆ। ਜਦੋਂ ਹਿੰਦੂ ਵੀਰਾਂ ਨੇ ਵੀ ਕਹਿਤਾ ਵੀ ਉਹ ਸਾਡੇ ਕੁਝ ਨਹੀਂ ਲੱਗਦੇ, ਤੇ ਜਿਹੜਾ ਕੋਈ ਵੀ ਧਰਮ ਦਾ, ਜੇ ਸਾਡੇ ਸਿੱਖਾਂ ਦੇ ਵਿੱਚ ਵੀ ਐਸੋ ਕਈ ਬੰਦੇ ਨੇ ਜਿਹੜੇ ਗੁਰੂ ਸਾਹਿਬ ਬਾਰੇ ਗਲਤ ਬੋਲਦੇ ਨੇ, ਸ਼ਬਦਾਂ ਕਈ ਕਿਤਾਬਾਂ ਵੀ ਲਿਖਤੀਆਂ ਉਹਨਾਂ ਨੇ ਇਹੋ ਜਿਹੇ, ਜਿਹੜੇ ਇਸ ਕਰਕੇ ਉਹ ਮੈਂ ਕਹਿੰਦਾ ਵੀ ਉਹ ਕਿਸੇ ਧਰਮ ਦਾ ਨਹੀਂ ਹੈਗਾ, ਉਹਦੀ ਕੋਈ ਜਾਤ ਨਹੀਂ, ਉਹਦਾ ਕੋਈ ਮਜ਼ਹਬ ਨਹੀਂ, ਉਹ ਇੱਕ ਇਨਸਾਨ ਹੀ ਨਹੀਂ ਹੈਗਾ ਜਿਹੜਾ ਗੁਰੂ ਸਾਹਿਬ ਦੀ ਬੇਅਦਬੀ ਕਰਦਾ ਜਾਂ ਗੁਰੂ ਸਾਹਿਬਾਨ ਬਾਰੇ ਗਲਤ ਬੋਲਦਾ। ਇਸ ਕਰਕੇ ਮੈਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦਾ ਵੀ ਤੁਸੀਂ ਇਹਨਾਂ ਨੂੰ ਕਾਰਵਾਈ ਕਰੋ ਇਹਨਾਂ ਦੇ ਉੱਤੇ। ਜੇ ਕਿਤੇ ਖਾਲਸਾ ਪੰਥ ਦੇ ਹੱਥ ਚੜ੍ਹ ਕੇ, ਫਿਰ ਉਹ ਖਾਲਸਾ ਪੰਥ ਆਪਣੀਆਂ ਰਵਾਇਤਾਂ ਅਨੁਸਾਰ ਇਹਨਾਂ ਨੂੰ ਸਜ਼ਾ ਦੇਊਗਾ, ਤੇ ਦੇਣੀ ਵੀ ਚਾਹੀਦੀ ਆ, ਭੱਜਣਾ ਨਹੀਂ, ਸਜ਼ਾ ਦਿਓ, ਕੋਈ ਗੱਲ ਨਹੀਂ। ਸਾਡੀ ਨਿਗਾਹ ਦੇ ਵਿੱਚ ਉਹ ਸਹੀ ਨੇ ਜੇ ਅਸੀਂ ਸਹੀ ਕੰਮ ਕਰਾਂਗੇ। ਜੇ ਗੌਰਮੈਂਟ ਦੀ ਗੱਲ ਨਾ ਨਿਗਾਹ ਦੇ ਵਿੱਚ ਗਲਤ ਆ ਤਾਂ ਸਿੰਘ ਗ੍ਰਿਫਤਾਰ ਹੋਣ, ਕੋਈ ਗੱਲ ਨਹੀਂ ਵੱਡੀ। ਅੱਛਾ ਬਾਬਾ ਜੀ, ਨੂੰ ਗਲਤ ਨਾ ਇਹਦੇ ਵਿੱਚ ਕੋਈ ਵਿਅਕਤੀ ਫਸ ਜੇ। ਇੱਕ ਬਾਬਾ ਜੀ, ਹਾਂਜੀ, ਮੈਂ ਸਰਕਾਰਾਂ ਨੂੰ ਕਹਿਣਾ ਚਾਹੁੰਦਾ ਵੀ ਇਹੋ ਜਿਹੇ ਜਿਹੜੇ ਅਨਸਰ ਨੇ ਇਹਨਾਂ ਦੇ ਨੱਥ ਪਾਈ ਜਾਵੇ, ਜਿਹੜੇ ਜਾਣਬੁੱਝ ਕੇ ਸਾਨੂੰ ਉਹ ਫਿਰ ਪਿਛਲੇ ਮਾਹੌਲ ਦੇ ਵਿੱਚ ਧੱਕਣਾ ਚਾਹੁੰਦੇ ਨੇ, ਜਾਣਬੁੱਝ ਕੇ ਸਾਡੀ ਨੌਜਵਾਨੀ ਦਾ ਜਿਹੜਾ ਸ਼ਿਕਾਰ ਖਿੱਚਣਾ ਚਾਹੁੰਦੇ ਨੇ, ਉਹ ਬਾਜ਼ ਆ ਜਾਣ ਇਹਨਾਂ ਹਰਕਤਾਂ ਤੋਂ। ਇਸ ਕਰਕੇ ਸਾਡੇ ਜਿਹੜੇ ਤਾਕਤਾਂ ਦੇ ਉੱਤੇ ਬੈਠੇ ਜਥੇਦਾਰ ਸਾਹਿਬਾਨ ਨੇ ਜਾਂ ਸਾਡੇ ਸਿਰਮੌਰ ਜਥੇਬੰਦੀਆਂ ਦੇ ਨੁਮਾਇੰਦੇ ਨੇ, ਆਗੂ ਨੇ, ਮੈਂ ਉਹਨਾਂ ਨੂੰ ਵੀ ਬੇਨਤੀ ਕਰੂੰਗਾ ਵੀ ਆਓ ਆਪਾਂ ਇਕੱਠੇ ਹੋ ਕੇ, ਸਾਡਾ ਜਿਹੜਾ ਪੰਥ ਆ ਅੱਜ ਬਹੁਤ ਨਾਜ਼ੁਕ ਦੌਰ ਦੇ ਵਿੱਚ ਚੱਲ ਰਿਹਾ। RSS ਜਿਹੜੀ ਇਹਨੂੰ ਖਤਮ ਕਰਨ ਦੇ ਤੁਲੀ ਹੋਈ ਆ। ਪਹਿਲਾਂ RSS ਨੇ ਆਪਣੇ ਬੁੱਧ ਧਰਮ ਜਜ਼ਬ ਕਰ ਦਿੱਤਾ, ਫਿਰ ਜਿਹੜਾ ਅਸੀਂ ਜੈਨ ਧਰਮ ਉਹਨਾਂ ਨੇ ਖਤਮ ਕਰ ਦਿੱਤਾ, ਹੁਣ ਉਹ ਸਿੱਖ ਧਰਮ ਦੇ ਪਿੱਛੇ ਪੈ ਗਏ ਨੇ। ਪਰ ਜਿਹੜੇ ਸਾਡੇ ਉੱਚ ਅਹੁਦਿਆਂ 'ਤੇ ਬੈਠੇ ਹੋਏ ਨੇ, ਉਹ ਇੱਕ ਗਲਫ ਦੀ ਨੀਂਦ ਸੁੱਤੇ ਹੋਏ ਨੇ, ਉਹਨਾਂ ਨੂੰ ਜਾਗਣਾ ਚਾਹੀਦਾ। ਸਾਰੀਆਂ ਜਿੰਨਾਂ ਵੀ ਸਾਡੀਆਂ ਪੰਥ ਦੀਆਂ ਸਿਰਮੌਰ ਜਥੇਬੰਦੀਆਂ ਨੇ, ਇੱਕ ਵਿਸ਼ਾਲ ਇਕੱਠ ਕਰਕੇ ਕਿਸ ਤਰ੍ਹਾਂ ਇਹਨਾਂ ਦਾ ਟਾਕਰਾ ਕਰਨਾ। ਜੋ ਇਹ ਸਾਰਾ ਜੋ ਵੀ ਚੱਲਾਂ, ਕਿਤੇ ਗੁਰੂ ਸਾਹਿਬ ਦੀ ਬੇਅਦਬੀ ਹੁੰਦੀ ਜਾਂ ਕੋਈ ਵੀ ਉੱਠ ਕੇ ਦੁੱਕੀ ਤੱਕੀ ਗੁਰੂ ਸਾਹਿਬ ਦੇ ਬਾਰੇ ਗਲਤ ਸ਼ਬਦ ਬੋਲਦੇ ਨੇ, ਇਹਨਾਂ ਦਾ ਹਿਆਂ ਪੈਂਦਾ ਤਾਂ ਹੀ ਆ ਵੀ ਜਿਹੜੇ ਤਾਕਤਾਂ ਦੇ ਉੱਤੇ ਵਿਰਾਜਮਾਨ ਨੇ ਜਾਂ ਜਿਹਨੇ ਸਿਰਮੌਰ ਜਥੇਬੰਦੀਆਂ ਨੇ, ਉਹ ਤਾਂ ਕੁਛ ਬੋਲਦੀਆਂ ਨਹੀਂ, ਉਹਨਾਂ ਦਾ ਪਹਿਰਾ ਢਿੱਲਾ ਆ, ਉਹ ਢਿੱਲੇ ਪੈਰੇ ਦੇ ਵਿੱਚ ਨੇ। ਇਸ ਕਰਕੇ ਸਾਨੂੰ ਕੋਈ ਸਖਤ ਕਦਮ ਚੱਕਣ ਦੀ ਲੋੜ ਆ ਤਾਂ ਕਿ ਇਹਨਾਂ ਗਲਤ ਅਨਸਰਾਂ ਨੂੰ ਨੱਥ ਪਾਈ ਜਾਵੇ। ਜੇ ਸਰਕਾਰ ਨਹੀਂ ਨੱਥ ਪਾਊਗੀ, ਫਿਰ ਖਾਲਸਾ ਪੰਥ ਨੱਥ ਪਾਉਣੀ ਜਾਣਦਾ ਹੈ। ਤੇ ਬਾਬਾ ਜੀ, ਇੱਕ ਤੁਸੀਂ ਹੋਰ ਉੱਥੇ 27 ਤਰੀਕ ਜਿਹੜੀ ਸੀ, ਜਿੱਥੇ ਪੰਥ ਤੋਂ ਫੈਸਲਾ ਲਿਆ ਸੀਗਾ, ਪੰਥ ਦੀ ਸਲਾਹ ਲਈ ਸੀ, ਉੱਥੇ ਪੰਥ ਨੇ ਤੁਹਾਨੂੰ ਇਹ ਗੱਲ ਦੀ ਪ੍ਰਵਾਨਗੀ ਦਿੱਤੀ, ਬੇਨਤੀ ਕੀਤੀ ਕਿ ਤੁਸੀਂ ਉੱਥੇ ਡਟੇ ਰਹੋ ਕਿਸਾਨੀ ਜਿਹੜਾ ਸੰਘਰਸ਼ ਆ ਉਹਦੇ ਵਿੱਚ। ਤੇ ਤੁਸੀਂ ਇੱਕ ਐਲਾਨ ਕੀਤਾ ਸੀ ਵੀ ਅਸੀਂ ਇੱਕ ਕਮੇਟੀ ਬਣਾਵਾਂਗੇ ਜਿਹੜੀ ਗੁਰਦੁਆਰਾ ਸਾਹਿਬਾਨ ਦੇ ਵਿੱਚ ਜਾ ਕੇ ਇਹ ਸਾਰੀਆਂ ਚੀਜ਼ਾਂ ਦਾ ਨਿਰਣਾ ਕਰੂਗੀ।
ਗੁਰਦੁਆਰਾ ਸਾਹਿਬਾਂ ਦੇ ਵਿੱਚ ਜਿਹੜੀ ਕਿਸੇ ਵੀ ਚੀਜ਼ ਦੀ ਘਾਟ ਹੈ, ਚਾਹੇ ਉੱਥੇ ਸੇਵਾਦਾਰ ਘੱਟ ਨੇ ਜਾਂ ਗੁਰੂ ਗ੍ਰੰਥ ਸਾਹਿਬ ਦੀ ਸਹੀ ਤਰੀਕੇ ਨਾਲ ਨਹੀਂ ਹੋ ਰਹੀ, ਉਹਦੇ ਬਾਰੇ ਕੋਈ ਬਾਬਾ ਜੀ ਪਿੱਛੇ ਜੇ ਅਸੀਂ ਬਠਿੰਡੇ ਦੀ ਧਰਤੀ ਜਿਹੜੀ ਆ ਉਸ ਏਰੀਏ 'ਚ ਗਏ ਸੀ, ਉੱਥੇ ਬਹੁਤ ਜ਼ਿਆਦੀਆਂ ਕਮੇਟੀਆਂ ਜਿਹੜੀਆਂ ਨੇ ਉਹ ਦਾਰੂ ਦਾ ਸੇਵਨ ਕਰਦੀਆਂ ਨੇ, ਬਹੁਤ ਕਮੇਟੀਆਂ ਦੇ ਮੈਂਬਰ ਜਿਹੜੇ ਮੋਨੇ ਨੇ, ਬਹੁਤ ਕਮੇਟੀਆਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਬੰਦੇ ਹੀ ਦੋ ਦੋ ਨੇ। ਪਿਛਲੇ ਦਿਨੀ ਸ਼ੇਰ ਵਾਲੀ ਇੱਦਾਂ ਕੋਈ ਪਿੰਡ ਆ ਭਿੱਖੀ ਦੇ ਕੋਲ, ਉੱਥੇ ਵੀ ਗੁਰੂ ਗ੍ਰੰਥ ਸਾਹਿਬ ਦੀ ਇਸ ਤਰ੍ਹਾਂ ਜਿਹੜੀ ਹੈ ਬੇਅਦਬੀ ਹੋਈ ਆ। ਇਸ ਗੱਲ ਨੂੰ ਲੈ ਕੇ ਕੋਈ ਸਾਡੇ ਜਿਹੜੀ ਸਹਿਯੋਗ ਦੀ ਲੋੜ ਆ, ਸਾਡੇ ਚੈਨਲ ਦੀ ਲੋੜ ਆ, ਅਸੀਂ ਜਿੱਥੇ ਕਹੋ ਜਾਣ ਲਈ ਤਿਆਰ ਹਾਂ। ਕੋਈ ਇੱਦਾਂ ਦੀ ਕਮੇਟੀ ਤੁਸੀਂ ਗਠਿਤ ਕੀਤੀ ਜਿਹੜੀ ਗੁਰਦੁਆਰਿਆਂ ਦਾ ਸਰਵੇ ਕਰੇ ਜੀ? ਦੇਖੋ ਅਸੀਂ ਪਹਿਲਾਂ ਵੀ ਉੱਥੇ 27 ਨੂੰ ਐਲਾਨ ਕੀਤਾ ਸੀ ਵੀ ਅਸੀਂ 2 ਜਥੇ ਭੇਜਾਂਗੇ ਸਿੰਘੂ ਬਾਰਡਰ ਤੋਂ, ਤੇ ਉਹ ਤਿਆਰ ਪਰ ਤਿਆਰ ਨੇ। ਤੇ ਹੁਣ ਸਾਨੂੰ ਸੰਗਤਾਂ ਦੇ ਸੁਝਾਅ ਬਹੁਤ ਜ਼ਿਆਦਾ ਆ ਰਹੇ ਨੇ, ਕਿਉਂਕਿ ਜਿਹੜਾ ਪੰਥ ਦੇ ਵਿੱਚ ਅੱਜ ਜਿਹੜੇ ਸਿਰਮੌਰ ਸਾਡੇ ਆਗੂ ਨੇ ਉਹ ਉਹਨਾਂ ਅਵੇਸਲਾਪਣ ਆ ਗਿਆ, ਜਿਹੜੇ ਲੋਕਾਂ ਨੂੰ ਸਿੰਘੂ ਬਾਰਡਰ ਵਾਲੇ ਜਿਹੜੇ ਜਥੇ ਨੇ ਉਹਨਾਂ ਉੱਤੇ ਆਸ ਵੱਜੀ ਆ ਵੀ ਉਹ ਕੋਈ ਆਪਣੇ ਸਾਨੂੰ ਜਿਹੜਾ ਪ੍ਰੋਗਰਾਮ ਚੰਗਾ ਦੇਣਗੇ। ਤੇ ਇਸ ਕਰਕੇ ਸਾਡੇ ਕੋਲੇ ਬਹੁਤ ਸ਼ਿਕਾਇਤਾਂ ਆ ਰਹੀਆਂ ਨੇ, ਜਿਵੇਂ ਗ੍ਰੰਥੀ ਸਿੰਘਾਂ ਨੇ ਵੀ ਕਈ ਵੀਡੀਓ ਰਿਲੀਜ਼ ਕਰੀਆਂ ਨੇ, ਉਹਦੇ ਵਿੱਚ ਵੀ ਸਾਨੂੰ ਕਿਉਂ ਕਿਹਾ ਗਿਆ ਕੋੜੇ ਮਾਰਾਂ। ਦੇਖੋ ਮੈਂ ਸਾਰੇ ਗ੍ਰੰਥੀ ਸਿੰਘ ਸਾਹਿਬਾਨ ਗੁਰੂ ਦੇ ਵਜ਼ੀਰ ਨੇ, ਸਤਿਕਾਰਯੋਗ ਨੇ। ਦੇਖੋ ਅਸੀਂ ਸਾਰਿਆਂ ਨੂੰ ਨਹੀਂ ਕਿਹਾ, ਸਾਰਿਆਂ ਨੂੰ ਟਾਰਗੇਟ ਨਹੀਂ, ਹੁਣ ਕਈਆਂ ਗ੍ਰੰਥੀਆਂ ਦੇ ਵਿੱਚ ਘਾਟਾਂ ਵੀ ਨੇ, ਜਿਸ ਤਰ੍ਹਾਂ ਉਹ ਜੁਗਰਾਜ ਸਿੰਘ ਹੋਇਆ ਜਿਹਦੇ ਵਿੱਚ ਘਾਟ ਹੋਊਗੀ, ਜਿਹਦੇ ਵਿੱਚ ਘਾਟ ਹੋ, ਤੇ ਉਦੋਂ ਬਾਅਦ ਜਾਂ ਕੋਈ ਹੋਰ ਜਾਣ ਬੁੱਝ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਦੀ ਆੜ ਲੈਂਦੇ ਨੇ, ਕਰਦੇ ਉਹ ਆਪ ਗਲਤ ਨੇ। ਤੇ ਜਿੱਥੇ ਜਿੱਥੇ ਜਿਹੜੀਆਂ ਕਮੇਟੀਆਂ ਪ੍ਰਬੰਧਕ ਕਮੇਟੀਆਂ ਉਹਨਾਂ ਦੀ ਜਿਹੜੀ ਘਾਟ ਰੜਕਦੀ ਨਜ਼ਰ ਆਉਂਦੀ ਹੈ ਵੀ ਦੇਖੋ ਸਾਨੂੰ ਤਾਂ ਇਹ ਆ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਹੜੀ ਮਰਜ਼ਾਦਾ, ਜਿਹੜੀ ਗੁਰੂ ਸਾਹਿਬ ਦਾ ਜਿਹੜੀ ਸਤਿਕਾਰ ਆ ਉਹ ਕਾਇਮ ਰਹੇ, ਬਹਾਲੀ ਹੋਵੇ, ਉਹਦੀ ਕੋਈ ਬੇਅਦਬੀ ਨਾ ਕਰ ਸਕੇ। ਤੇ ਪੂਰੀ ਜ਼ਿੰਮੇਵਾਰੀ ਦੇ ਨਾਲ ਜਿਹੜੀਆਂ ਕਮੇਟੀਆਂ ਨੇ ਉਹਨਾਂ ਨੂੰ ਦੇਖੋ ਗੁਰੂ ਸਾਹਿਬ ਦੇ ਜੇ ਇੱਕ ਪ੍ਰਧਾਨ ਬਣਨ ਦਾ ਚਾਅ ਆ, ਉਹ ਇਕੱਲੇ ਗੋਲਕਾਂ ਕਰਨ ਤੱਕ ਨਾ ਮਤਲਬ ਰੱਖਣ, ਤੇ ਉਹਨਾਂ ਨੂੰ ਗੁਰੂ ਸਾਹਿਬ ਦੀ ਜਿਹੜੀ ਸਤਿਕਾਰ ਆ ਉਹ ਵੀ ਕਾਇਮ ਰੱਖਣ, ਉੱਥੇ ਪਹਿਰੇਦਾਰ ਲਾਉਣ। ਤੇ ਜਿਹੜੇ ਗ੍ਰੰਥੀ ਸਾਡੇ ਸਿੰਘ ਨੇ ਉਹਨਾਂ ਨੂੰ ਵੀ ਦੇਖੋ ਕੋਈ ਰਿਹਾਇਸ਼ ਦੀ ਵੀ ਪਰ ਕਈਆਂ ਥਾਵੇਂ ਸਾਨੂੰ ਸ਼ਿਕਾਇਤ ਰਿਹਾਇਸ਼ਾਂ ਦੀ ਵੀ ਘਾਟ ਆ, ਉਹਨਾਂ ਦੀ ਭੇਟਾਂ ਦੀ ਵੀ, ਉਹਨਾਂ ਦੀ ਭੇਟਾਂ ਦੀ ਵੀ। ਦੇਖੋ ਅਸੀਂ ਜੇ ਸਾਡੇ ਲੜਕੀ ਦਾ ਵਿਆਹ ਹੋਵੇ ਗਾਉਣ ਵਾਲਿਆਂ ਨੂੰ ਅਸੀਂ ਲੱਖਾਂ ਰੁਪਈਆ ਦੇ ਦਿੰਦੇ ਹਾਂ, ਜਦੋਂ ਗ੍ਰੰਥੀ ਸਿੰਘ ਦੀ ਗੱਲ ਆਉਂਦੀ ਆ ਜੀ ਜੀ, ਫਿਰ ਉਦੋਂ ਪਿਛਾਂਹ ਹੱਥ ਖਿੱਚਦੇ ਆ। ਇਸ ਕਰਕੇ ਸਾਨੂੰ ਉਹ ਸਾਰਿਆਂ ਦਾ ਜਿਹੜਾ ਜੇ ਗੁਰੂ ਸਾਹਿਬ ਦੀ ਅਸੀਂ ਸਤਿਕਾਰ ਕਾਇਮ ਰੱਖਣਾ, ਤੇ ਗ੍ਰੰਥੀ ਸਿੰਘ ਦਾ ਵੀ ਅਸੀਂ ਦੇਖਣਾ ਵਾ। ਤੇ ਗ੍ਰੰਥੀ ਸਿੰਘ ਨੂੰ ਵੀ ਮੇਰੀ ਬੇਨਤੀ ਆ, ਕਈ ਗ੍ਰੰਥੀ ਸਿੰਘ ਹੁਣ ਕਈ ਵਿਆਹਾਂ ਦੇ ਵਿੱਚ ਨੱਚਦੇ ਫਿਰਦੇ ਰਹਿੰਦੇ ਨੇ। ਦੇਖੋ ਤੁਹਾਡਾ ਜਿਹੜਾ ਅਹੁਦਾ, ਤੁਸੀਂ ਗੁਰੂ ਕੇ ਵਜ਼ੀਰ ਹੋ, ਕਦੇ ਤੁਸੀਂ ਦੇਖੋ ਜਦੋਂ ਡਾਂਸਰਾਂ ਦੇ ਅੱਗੇ ਨੱਚਦੇ ਫਿਰਦੇ ਹੋ, ਕਦੇ ਉਹ ਕਰਦੇ ਹੋ, ਕਦੇ ਇੱਕ ਪਹਿਰਾਵਾ ਰੱਖੋ। ਸਾਨੂੰ ਗੁਰੂ ਸਾਹਿਬ ਨੇ ਲਿਬਾਸ ਬਖਸ਼ਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਮੇਰਾ ਰੂਪ ਹੈ ਖਾਲਸਾ ਜੀ ਜੀ, ਮੈਂ ਕਰੂੰ ਨਿਵਾਸ। ਇਹ ਸਾਨੂੰ ਸਤਿਗੁਰਾਂ ਜੋ ਰੂਪ ਦਿੱਤਾ ਉਹੀ ਅਸੀਂ ਆਮਣ ਸਾਹਮਣੇ ਸਤਿਗੁਰਾਂ ਦੇ ਬਾਣਾ, ਇਹੀ ਬਾਣੇ ਸਤਿਗੁਰੂ ਰਹਿੰਦੇ ਸੀ। ਤੇ ਅਸੀਂ ਵਾਰ-ਵਾਰ ਕਦੇ ਟੂਟੀ ਵਾਲੀ ਪੱਗ ਬੰਨ੍ਹ ਲਈ, ਕਦੇ ਅਸੀਂ ਗੋਲ ਬੰਨ੍ਹ ਲਈ, ਕਦੇ ਦਮਾਲਾ ਸਜਾ ਲਿਆ। ਖੰਡ ਤਾਂ ਅਸੀਂ ਆਪ ਕਰਦੇ ਫਿਰਦੇ ਹਾਂ, ਆਪ ਕਰਦੇ ਇੱਕ ਬਾਣੇ 'ਚ ਰਹੋ ਜਿਹੜੇ 'ਚ ਵੀ ਤੁਸੀਂ। ਹਾਂ ਬਿਲਕੁਲ, ਪੈਂਟ ਪਾ ਲਈ, ਕਦੇ ਕੁੜਤਾ ਪਜਾਮਾ ਪਾ ਲਿਆ, ਫਿਰ ਕਹਿਣਗੇ ਇਹ ਨਹੀਂ। ਮੈਂ ਕਹਿੰਦਾ ਜਦੋਂ ਸਾਨੂੰ ਗੁਰੂ ਸਾਹਿਬ ਦੀ ਵਜ਼ੀਰੀ ਦਾ ਬਹੁਤ ਵੱਡਾ ਹੱਕ ਆ, ਇਹ ਕਈ ਸ਼ਰਾਬਾਂ ਪੀਣ ਦਾ ਵੀ ਸਾਡੇ ਕੋਲੋਂ ਵੀ ਸ਼ਰਾਬ ਵੀ ਪੀਂਦੇ ਨੇ, ਇਹੋ ਜਿਹੀਆਂ ਗਲਤੀਆਂ ਜਿਹੜੀਆਂ ਕਰਨੀਆਂ, ਜਾਂ ਡਾਂਸ ਨੱਚਣਾ ਜਾਂ ਹੋਰ ਕੋਈ ਗਲਤ ਗੁਰੂ ਸਾਹਿਬ ਦੀ ਆੜ ਦੇ ਵਿੱਚ, ਇਹ ਵੀ ਗ੍ਰੰਥੀ ਸਿੰਘਾਂ ਨੂੰ ਕਿਤੇ ਨਾ ਕਿਤੇ ਸਮਝਣਾ ਚਾਹੀਦਾ। ਫਿਰ ਕਹਿ ਦਿੰਦੇ ਨੇ ਜੀ ਅਸੀਂ ਕੀ ਕਰੀਏ, ਸਾਡੇ ਬੱਚੇ। ਦੇਖੋ ਭਾਈ ਮਨੀ ਸਿੰਘ ਹੋਣਾ ਜਾਂ ਹੋਰ ਜਿੰਨੇ ਸਾਡੇ ਗੁਰਸਿੱਖ ਹੋਏ ਨੇ ਉਹ ਮਰ ਗਏ ਨੇ, ਪਰ ਉਹਨਾਂ ਨੇ ਗੁਰਸਿੱਖੀ ਤੋਂ ਮੂੰਹ ਨਹੀਂ ਮੋੜਿਆ। ਇਹ ਨਾ ਵਾਹ ਜੀ ਵਾਹ, ਇਹ ਨਾ ਕਿਹਾ ਕਰੋ ਅਸੀਂ ਆਪਦੇ ਬੱਚੇ ਨਹੀਂ ਗ੍ਰੰਥੀ ਬਣਾਉਣੇ, ਇਹ ਕਿਤੇ ਤੁਸੀਂ ਅਹਿਸਾਨ ਨਹੀਂ ਕਰਨਾ ਹੈਗਾ, ਤੁਸੀਂ ਉਹਦਾ ਭਵਿੱਖ ਸੰਵਾਰਨਾ ਵਾ। ਜੇ ਦੇਖੋ ਡਿਪੈਂਡ ਸਾਰਾ ਕੁਛ ਕਰਨਾ ਸਾਨੂੰ ਗੁਰੂ ਸਾਹਿਬ ਨੇ। ਜਦੋਂ ਅਸੀਂ ਲੋਕਾਂ ਦੀਆਂ ਅਰਦਾਸਾਂ ਕਰਦੇ ਹਾਂ ਵੀ ਉਹ ਲੜਕੇ ਦਾ ਫਲਾਣੇ ਦੇ ਲੜਕੇ ਦਾ ਵਿਆਹ ਹੋ ਜਾਏ, ਮਹਾਰਾਜ ਉਹਨੂੰ ਚੰਗੀ ਕੋਠੀ ਪਾ ਦਿਓ, ਉਹਨੂੰ ਚੰਗੀ ਜ਼ਮੀਨ ਮਿਲ ਜਾਵੇ, ਕਰਦੇ ਨਾ ਅਰਦਾਸਾਂ, ਉਹਦਾ ਪੁੱਤਰ ਵਿਦੇਸ਼ ਜਾਵੇ, ਫਿਰ ਅਸੀਂ ਗੁਰੂ ਤੇ ਕਿਉਂ ਨਹੀਂ ਭਰੋਸਾ ਕਰਦੇ? ਗੁਰੂ ਤੇ ਅਸੀਂ ਗੁਰੂ ਕੇ ਵਜ਼ੀਰ ਹੋ ਕੇ ਸਾਨੂੰ ਗੁਰੂ ਤੇ ਭਰੋਸਾ ਨਹੀਂ ਹੈਗਾ? ਕੀ ਬਾਤ ਹੈ, ਬਹੁਤ ਕਿਉਂ ਨਹੀਂ ਕਰ ਸਕਦੇ ਵੀ ਸੱਚੇ ਪਾਤਸ਼ਾਹ ਸਾਨੂੰ ਵੀ ਸਾਰਾ ਕੁਝ ਬਖਸ਼ਿਸ਼ ਕਰ? ਬਹੁਤ ਵੱਡੀ ਗੱਲ ਕਹੀ ਹੈ ਤੁਸੀਂ। ਜਦ ਲੋਕਾਂ ਦੀਆਂ ਅਰਦਾਸਾਂ ਗ੍ਰੰਥੀ ਸਿੰਘ ਕਰਦੇ ਨੇ, ਲੋਕਾਂ ਨੂੰ ਕੋਠੀਆਂ ਕਾਰਾਂ ਜਹਾਜ਼ਾਂ ਦੀ ਅਰਦਾਸ ਕਰਦੇ ਨੇ, ਆਪਣੇ ਲਈ ਅਰਦਾਸ ਕਿਉਂ ਨਹੀਂ ਕਰਦੇ? ਜਾਂ ਉਹਨਾਂ ਨੂੰ ਭਰੋਸਾ ਨਹੀਂ? ਜਾਂ ਉਹਨਾਂ ਨੂੰ ਭਰੋਸਾ ਨੂੰ, ਇਹੀ ਗੱਲ ਹੋ ਸਕਦੀ ਹੈ ਨਾ। ਇਸ ਕਰਕੇ ਸਾਡਾ ਗੁਰੂ ਸਮਰੱਥ ਹੈ। ਜੇ ਅਸੀਂ ਗੁਰੂ ਕੇ ਵਜ਼ੀਰ ਬਣੇ ਆ, ਵਜ਼ੀਰੀ ਜਿਹੜਾ ਉਹਨਾਂ ਨਾਲ ਸਾਨੂੰ ਨਾ ਉਹ ਉਹਦਾ ਦਾ ਖਿਆਲ ਰੱਖਣਾ ਚਾਹੀਦਾ। ਐਵੇਂ ਪਖੰਡ ਜੇ ਨਹੀਂ ਕਰਨੇ ਚਾਹੀਦੇ। ਸਿੱਧੇ ਤੌਰ 'ਤੇ ਗੁਰੂ 'ਤੇ ਵਿਸ਼ਵਾਸ ਰੱਖੋ, ਠੀਕ ਹੈ ਨਾ। ਉਹਨੇ ਜਿਹਨੇ ਉਹ ਜੀਓ ਪਿੰਡ ਪਾਏ ਸਾਜਾ ਦਿੱਤਾ, ਪਹਿਨਣ ਖਣ, ਜਿਹਨੇ ਸਾਨੂੰ ਸਾਥ ਦਿੱਤਾ, ਉਹਨੇ ਸਾਰਾ ਕੁਝ ਦਿੱਤਾ। ਤੈਨੂੰ ਤੂੰ ਕਾਹੇ ਡੋਲੇ ਪੁਰਾਣੀਆਂ ਤੂੰ ਤਾਂ ਰੱਖੇਗਾ ਸਿਰਜਣਹਾਰ, ਜਿਹਨੇ ਤੈਨੂੰ ਬਣਾਤਾ, ਫਿਰ ਤੈਨੂੰ ਡੋਲਣ ਦੀ ਕੀ ਲੋੜ ਆ?
ਮਾੜੀਆਂ ਮਾੜੀਆਂ ਗੱਲਾਂ ਤੇ ਨਹੀਂ ਦੇਖੋ ਕਿੰਤੂ ਬਿੰਦੂ ਕਰਨਾ ਚਾਹੀਦਾ। ਸਾਨੂੰ ਬਹੁਤ ਸਾਰੀਆਂ ਸੁਝਾਅ ਆ ਰਹੇ ਨੇ, ਜਿਹੜੇ ਗ੍ਰੰਥੀ ਸਿੰਘਾਂ ਨੇ ਸਾਡੇ ਵਿਰੁੱਧ ਵੀ ਪਾਈਆਂ ਨੇ ਜੀ, ਉਹ ਕੁੜੇ ਮਾਰਨਗੇ ਜਾਂ ਦੇਖੋ ਸਾਡਾ ਕਿਸੇ ਨਾਲ ਕੋਈ ਵੈਰ ਨਹੀਂ, ਕੋਈ ਵਿਰੋਧ ਨਹੀਂ ਹੈਗਾ। ਅਸੀਂ ਗੁਰੂ ਦੇ ਸਿਧਾਂਤ ਨਹੀਂ, ਗੁਰੂ ਦੀ ਮਰਜ਼ਾਦਾ ਤੇ ਅਸੀਂ ਇਹ ਚਾਹੁੰਦੇ ਵੀ ਕਿਤੇ ਵੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਬੇਅਦਬੀ ਨਾ ਹੋ ਜਾਏ, ਸਾਨੂੰ ਮਨਾਂ ਦੇ ਬਹੁਤ ਠੇਸ ਪਹੁੰਚਦੀ। ਇਸ ਕਰਕੇ ਅਸੀਂ ਉਹ ਸਿਧਾਂਤ ਨੂੰ ਲਾਗੂ ਕਰਨ, ਤੁਸੀਂ ਸਾਡਾ ਹਲਕੇ ਸਾਥ ਦਿਓ ਸਾਡਾ, ਹਾਂ ਡਟ ਕੇ ਸਾਥ ਦਿਓ। ਅਸੀਂ ਜਿਹੜੇ ਨੀਚ ਕਮੇਟੀਆਂ ਵਾਲੇ ਨੇ, ਕਮੇਟੀਆਂ ਵਾਲੇ ਵੀ ਉਹ ਵਜ਼ੀਰ ਨੇ ਗੁਰੂ ਕੇ, ਉਹ ਜਿਹੜੇ ਕਮੇਟੀਆਂ ਵਾਲੇ ਇਹਨਾਂ ਨੂੰ ਧੌਂਸ ਦਿਖਾਉਂਦੇ ਨੇ, ਅਸੀਂ ਉਹਨਾਂ ਦੇ ਨੱਥ ਅਸੀਂ ਪਾਵਾਂਗੇ ਜੀ ਪਾਵਾਂਗੇ ਉਹਨਾਂ ਦੇ। ਤੁਸੀਂ ਸਾਡਾ ਡਟ ਕੇ ਸਾਥ ਦਿਓ। ਜਿਹੜੇ ਕਦੇ ਕਈ ਉੱਥੇ ਸ਼ਰਾਬੀ ਪ੍ਰਧਾਨ ਬਣੇ ਹੋਏ ਨੇ, ਕੋਈ ਬਗੈਰ ਅੰਮ੍ਰਿਤਧਾਰੀ ਨੂੰ, ਉਹਨਾਂ ਨੂੰ ਸੋਚਣਾ ਚਾਹੀਦਾ। ਬਸ ਉਹਨਾਂ ਦਾ ਕੰਮ ਆ ਵੀ ਅਸੀਂ ਜਿਹੜਾ ਗੁਰਦੁਆਰੇ ਉਦਣ ਜਾਣਾ ਜਿੱਦਣ ਕੋਈ ਇਨਕਮ ਹੋਣੀ ਹੈ ਜਾਂ ਕਿਤੇ ਚੜਾਵਾ ਚੜਨਾ। ਬਾਬਾ ਜੀ ਇਹ ਵੀ ਤੇ ਬਰਾਬਰ ਦੇ ਦੋਸ਼ੀ ਨੇ, ਬਰਾਬਰ ਦੇ ਬੇਅਦਬੀ ਦੇ ਦੋਸ਼ੀ ਨੇ, ਜਿਹੜੇ ਕਮੇਟੀਆਂ ਦੇ ਦਾਰੂ ਪੀਂਦੇ ਨੇ ਜਾਂ ਇਦਾਂ ਦੀ ਸੇਵਨ ਕਰਦੇ ਨੇ, ਜਾਂ ਇਹ ਜੀ ਜਿਹੜੇ ਮੋਨੇ ਬੰਦੇ ਨੇ, ਜਿਹੜੇ ਕਮੇਟੀ ਦੇ ਮੈਂਬਰ ਨੇ ਜਾਂ ਪ੍ਰਧਾਨ ਨੇ, ਇਹ ਵੀ ਤਾਂ ਬਰਾਬਰ ਦੇ ਦੋਸ਼ੀ ਨੇ। ਫਿਰ ਦੇਖੋ ਬਰਾਬਰ ਦਾ ਦੋਸ਼ੀ ਤਾਂ ਹੈਗੇ ਜਿਹੜਾ ਗੁਰੂ ਸਾਹਿਬ ਦਾ ਸਤਿਕਾਰ ਬਹਾਲ ਨਹੀਂ ਕਾਇਮ ਰੱਖਦਾ, ਮਰਜ਼ਾਦਾ ਗੁਰਦੇਖ ਪ੍ਰਧਾਨ ਨੇ ਕਰਨੀ। ਜੇ ਮੈਂ ਆਪ ਹੀ ਨਹੀਂ ਪੂਰਾ ਸੂਰਾ, ਮੈਂ ਤੁਹਾਨੂੰ ਕਿਵੇਂ ਕਹਿ ਦਾਂਗਾ ਵੀ ਤੁਸੀਂ ਐਂ ਕਰ ਲਓ? ਤੁਹਾਨੂੰ ਕਿਵੇਂ ਕਹੇਗਾ? ਠੀਕ ਹੈ ਨਾ। ਇਸ ਕਰਕੇ ਪਹਿਲਾਂ ਉਹ ਕਹਿੰਦਾ ਪਹਿਲਾਂ ਆਪਸ ਦਾ ਆਪਸ ਮਾਰੋ, ਫਿਰ ਦੂਜਿਆਂ ਨੂੰ ਗੱਲ ਕਹਿਣ ਦੇ ਸੀ। ਜੇ ਪ੍ਰਧਾਨਗੀ ਤੁਹਾਨੂੰ ਲੈਣ ਦਾ ਚਾਹੋ, ਮੈਂ ਇਹ ਨਹੀਂ ਕਹਿੰਦਾ ਤੁਸੀਂ ਪ੍ਰਧਾਨ ਨਾ ਬਣੋ, ਪਰ ਬਣਨਾ ਤਾਂ ਪੈਣਾ ਹੀ ਆ ਕਿਸੇ ਨੂੰ। ਪਰ ਆਪਣੀ ਜ਼ਿੰਮੇਵਾਰੀ, ਆਪਦੇ ਅਹੁਦੇ ਦਾ ਖਿਆਲ ਰੱਖੋ। ਗੁਰੂ ਸਾਹਿਬ ਦਾ ਤੁਸੀਂ ਪ੍ਰਧਾਨ ਹੋ, ਗੁਰੂ ਸਾਹਿਬ ਦਾ ਦੇਖੋ ਤੁਹਾਨੂੰ ਸਤਿਗੁਰਾਂ ਨੇ ਮਾਣ ਕਿੱਡਾ ਬਖਸ਼ ਕੀਤਾ ਪ੍ਰਧਾਨਗੀ ਦਾ। ਤੁਸੀਂ ਉਸ ਲੈਵਲ ਦੇ ਉੱਤੇ ਆ ਕੇ ਉਹ ਮਾਣ ਸਤਿਕਾਰ ਗੁਰੂ ਸਾਹਿਬ ਦਾ ਦੇਖੋ, ਪੈਸੇ ਨੇ ਨਾਲ ਨਹੀਂ ਜਾਣਾ। ਗੁਰੂ ਜਿਹੜੇ ਗਰੀਬ ਗੋਲ ਕਾ ਗੁਰੂ ਕੀ ਗੋਲ ਗਰੀਬ ਦਾ ਮੂੰਹ ਆ। ਕਿਸੇ ਗਰੀਬ ਦੀ ਸਹਾਇਤਾ ਕਰੋ ਨਾ, ਕੱਲੀਆਂ ਬਿਲਡਿੰਗਾਂ ਉਸਾਰੋ ਨਾ। ਜਿੰਨੇ ਗੁਰੂ ਸਾਹਿਬ ਉਹ ਕਹਿੰਦੇ ਵੱਡੀਆਂ ਸੀ ਬਿਲਡਿੰਗਾਂ ਉਚਾਰਤੀਆਂ, ਬਿਲਡਿੰਗਾਂ ਪੱਕੀਆਂ ਹੋ ਗਈਆਂ। ਜਿਹੜੇ ਸਿੱਖ ਤੇ ਉਹ ਕੱਚੇ ਹੋ ਗਏ। ਪਹਿਲਾਂ ਬਿਲਡਿੰਗਾਂ ਕੱਚੀਆਂ ਸੀ, ਸਿੱਖ ਪੱਕੇ ਸੀਗੇ। ਇਸ ਕਰਕੇ ਸਾਨੂੰ ਗੁਰੂ ਸਾਹਿਬ ਦੇ ਸਿਧਾਂਤ ਨੂੰ ਕਾਇਮ ਕਰਨ ਵਾਸਤੇ ਹਰ ਹੀਲਾ ਵਰਤਣਾ ਪੈਣਾ। ਕਦੇ ਕਾਸੇ ਦੀ ਗੱਲ ਮੇਰੇ ਤਾਂ ਹੋ ਗਿਆ ਜੀ, ਆਹ ਹੋ ਗਿਆ। ਜੇ ਤੁਹਾਥੋਂ ਨਹੀਂ ਸੇਵਾ ਹੁੰਦੀ, ਕਿਸੇ ਹੋਰ ਗੁਰਸਿੱਖ ਪੂਰਨ ਗੁਰਸਿੱਖ ਨੂੰ ਸਮਾ ਦਿਓ, ਕੋਈ ਬੰਨਿਆ ਹੋਇਆ ਵੀ ਤੁਸੀਂ ਹੁਣ ਪ੍ਰਧਾਨੀਆਂ ਲੈ ਕੇ ਮਰਨਾਗਾ। ਇੱਕ ਬਾਬਾ ਜੀ ਬੜੀ ਤੁਸੀਂ ਅੱਜ ਵੀ ਇੱਕ ਸਟੇਜ ਤੋਂ ਗੱਲ ਕਹੀ ਆ, ਤਾਂ ਬੜੀ ਮਹੱਤਵਪੂਰਨ ਗੱਲ ਆ ਖਾਲਸੇ ਦੇ ਵਿੱਚ। ਇਸ ਗੱਲ ਦੇ ਉੱਤੇ ਤੁਸੀਂ ਜ਼ੋਰ ਦਿਓ, ਸੰਗਤਾਂ ਵੀ ਤੁਹਾਡਾ ਸਾਥ ਦੇਣਗੀਆਂ। ਜਿਹੜੇ ਲੰਗਰ ਵੱਖਰੇ, ਪੰਗਤਾਂ ਵੱਖਰੀਆਂ, ਇੱਥੋਂ ਤੱਕ ਅੰਮ੍ਰਿਤ ਵੱਖਰੇ, ਇਸ ਗੱਲ ਦੇ ਉੱਤੇ ਤੁਸੀਂ ਜਿਹੜਾ ਆ ਜ਼ਰੂਰ ਹਰ ਥਾਂ ਦੇ ਉੱਤੇ ਜਾਂ ਇਹਦੇ ਉੱਤੇ ਕੋਈ ਸੰਗਤ ਤੋਂ ਸੁਝਾਅ ਲਓ, ਜਾਂ ਸੰਗਤ ਦੇ ਵਿੱਚ ਜਾਓ, ਜਾਂ ਕੋਈ ਕਮੇਟੀ ਬਣਾਓ। ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਨੂੰ ਵਿੱਚ ਬਿਠਾ ਕੇ ਇਹ ਸਾਰੀ ਗੱਲ, ਪਿਛਲੇ ਦਿਨੀ ਪਟਨਾ ਸਾਹਿਬ ਦੇ ਜਥੇਦਾਰ ਆਏ ਸਨ, ਉਹਨਾਂ ਨਾਲ ਵੀ ਆਪਾਂ ਗੱਲ ਕੀਤੀ ਸੀ ਵੀ ਇਹ ਰਾਜਾ ਰਾਮ ਸਿੰਘ ਹੋਣਾ ਨੇ, ਇਹ ਰਾਜ ਸਿੰਘ ਹੋਣਾ ਨੇ ਇੱਕ ਗੱਲ ਕਹੀ ਸੀ ਵੀ ਜਿਹੜਾ ਇਹ ਜਾਤਾਂ ਪਾਤਾਂ ਦੇ ਵਖਰੇਵੇਂ ਨੇ ਜਿਹੜੇ ਗੁਰੂ ਸਾਹਿਬ ਨੇ ਖਤਮ ਕੀਤੇ ਹਨ, ਉਹ ਦੁਬਾਰੇ ਫੇਰ ਅਸੀਂ ਉਹਨਾਂ ਗੱਲਾਂ ਤੇ ਆ ਗਏ ਹਾਂ ਵੀ ਇਹਨਾਂ ਨੂੰ ਖਤਮ ਕਰਨ ਲਈ ਤੁਸੀਂ ਜ਼ਰੂਰ ਕੋਈ ਉਪਰਾਲਾ ਕਰੋ ਜੀ। ਅਸੀਂ ਕਰ ਰਹੇ ਹਾਂ ਜੀ। ਪਹਿਲਾਂ ਵੀ ਤੁਹਾਨੂੰ ਦੱਸਿਆ ਸੀ, ਅਮਰ ਦੇ ਬਾਟੇ ਦੇ ਅਸੀਂ ਮੁੱਦਾ ਉਠਾਇਆ ਸੀਗਾ। ਨਿਹੰਗ ਸਿੰਘ ਜਥੇਬੰਦੀਆਂ ਜਿਹੜੇ ਬਾਬਾ ਕੁਲਵਿੰਦਰ ਸਿੰਘ ਜੀ ਹੋਣੀ ਨੇ, ਬਾਬਾ ਨੈਣ ਸਿੰਘ ਜੀ ਹੋਣੀ ਨੇ, ਹੋਰ ਸਾਡੇ ਜਥੇਬੰਦੀਆਂ ਸਾਡੇ ਨਾਲ ਨੇ। ਜਿਹੜੇ ਦੇਖੋ ਗੁਰੂ ਦਾ ਜਿਹੜਾ ਬਾਟਾ ਉਹ ਵੀ ਦੋ ਹੋ ਗਏ, ਜੋ ਦੀ ਪੰਗਤ ਵੀ ਦੋ ਥਾਵੇਂ, ਕਈ ਥਾਵੇਂ ਸੰਪਰਦਾਵਾਂ ਨੇ ਬਣਾ ਰੱਖਿਆ। ਅੱਜ ਮੈਂ ਜਿਹੜੇ ਗੁਰੂ, ਪਹਿਲਾਂ ਤਾਂ ਉਹਨਾਂ ਨੂੰ ਚੇਤਾਵਨੀ ਦੇਣਾ, ਜਿਹੜੇ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲਾਈਆਂ ਹੋਣ, ਪਹਿਲਾਂ ਤਾਂ ਕੁਰਸੀਆਂ ਚੱਕੋ। ਇਹ ਬਿਲਕੁਲ ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਚੱਕੋ। ਜੇ ਸਾਨੂੰ ਕਿਸੇ ਗੁਰੂ ਘਰ ਦੇ ਵਿੱਚ ਕੁਰਸੀ ਮਿਲ ਗਈ, ਫਿਰ ਤੁਸੀਂ ਕਹਿਣਾ ਵੀ ਕਮੇਟੀ ਜ਼ਿੰਮੇਵਾਰੀ ਆ, ਫਿਰ ਅਸੀਂ ਆਪਦਾ ਗੁਰੂ ਦੀ ਸਿਧਾਂਤ ਨੂੰ ਸਜ਼ਾ ਦੇਵਾਂਗੇ। ਜੇ ਤੁਹਾਡੇ ਜਦੋਂ ਪਿੰਗਲੇ ਰੁੜ ਕੇ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ ਚਲੇ ਗਏ ਆ, ਤੁਸੀਂ ਪਿੱਛੇ ਸੁਣਿਆ ਰੁੜ ਕੇ ਜਿਹੜੇ ਗੁਰੂ ਰਾਮਦਾਸ ਮਹਾਰਾਜ ਚਰਨਾਂ ਦੇ ਵਿੱਚ ਰੁੜ ਕੇ ਗਏ ਨੇ, ਉਹ ਠੀਕ ਹੋ ਗਏ, ਤੁਸੀਂ ਤਾਂ ਚੰਗੇ ਭਲੇ ਹੋ। ਜਦੋਂ ਕਿਤੇ ਨੱਚਣ ਦਾ ਟਾਈਮ ਹੁੰਦਾ, ਉਦੋਂ ਤੁਹਾਨੂੰ ਬੜਾ ਗਿਣਾ ਦੇਣਾ। ਵਿਆਹਾਂ ਦੇ ਵਿੱਚ ਤੁਸੀਂ ਬਰਾਬਰ ਖੜੇ ਰਹਿੰਦੇ ਹੋ। ਬੀਬੀਆਂ ਕਿਹੜਾ ਘੱਟ ਨੇ, ਉਹ ਨੱਚਦੀਆਂ, ਭੰਗੜੇ ਪਾਉਂਦੀਆਂ ਨੇ। ਜਦੋਂ ਗੁਰੂ ਸਾਹਿਬ ਦੇ ਜਾ ਕੇ ਸਤਿਕਾਰ ਦੇ ਵਿੱਚ ਚੰਗੇ ਉੱਥੇ ਨੌਜਵਾਨ ਬੈਠੇ, ਬੀਬੀਆਂ ਬੈਠੇ, ਟੌਰ ਵੀ ਸਾਡੇ ਕੱਪੜੇ ਨਾ ਖਰਾਬ ਹੋਣ। ਗੁਰੂ ਸਾਹਿਬ ਦਾ ਅਦਬ ਸਤਿਕਾਰ ਬਹਾਲ ਕਰੋ। ਜਿਹੜੀਆਂ ਗੁਰੂ ਘਰਾਂ ਦੇ ਵਿੱਚ ਕੁਰਸੀਆਂ ਲੱਗੀਆਂ ਹੋਈਆਂ ਨੇ, ਉਹ ਚੱਕਣੀਆਂ ਚਾਹੀਦੀਆਂ ਨੇ, ਬਿਲਕੁਲ ਹਟਾ ਦਿਓ। ਨਹੀਂ ਚੱਕ ਕੇ ਪਰ ਅਸੀਂ ਨਾਲ ਹੀ ਲੈ ਜਾਣੀਆਂ, ਚੱਕ ਕੇ ਫਿਰ ਕਹੋਗੇ ਸਾਨੂੰ ਕਿਹਾ ਨਹੀਂ। ਠੀਕ ਹੈ ਬਾਬਾ ਜੀ। ਇਹ ਬਾਹਰ ਲਾ ਦਿਓ ਜਾਂ ਬਾਹਰ ਲਾ ਦਿਓ, ਬਾਹਰਲੇ ਪਾਸੇ ਲਾਓ। ਦੇਖੋ ਬੈਠ ਸਕਦਾ ਉਹ, ਕੋਈ ਨਹੀਂ। ਦਰਬਾਰ ਸਾਹਿਬ ਦੇ ਬਾਹਰਲੇ ਪਾਸੇ ਬੈਠੇ ਜਾਣ, ਕੋਈ ਗੱਲ ਨਹੀਂ। ਤੇ ਨਾਲੇ ਬਹਿਣਾ ਤੇ ਸੌਖਾ ਹੀ ਹੈ ਜੇ ਲੱਤਾਂ ਨਹੀਂ ਕੰਮ ਕਰਦੀਆਂ ਤਾਂ ਥੱਲੇ। ਇਸ ਕਰਕੇ ਗੁਰੂ ਸਾਹਿਬ ਦਾ ਨਾ ਸਤਿਕਾਰ ਸਾਨੂੰ ਆਪ ਬਹਾਲ ਕਰਨਾ ਪੈਣਾ। ਇਹ ਜਿਹੜੀਆਂ ਮਰਜ਼ਾਦਾ ਇਹ ਨਾ ਕਾਇਮ ਕਰੋ ਤੁਸੀਂ ਆਪਣੀਆਂ। ਸਾਨੂੰ ਖਾਲਸਾ ਪੰਥ ਨੂੰ ਜਿਹੜੀ ਪਰੰਪਰਾ, ਦੇਖੋ ਅਸੀਂ ਪਹਿਲਾਂ ਹੀ ਕਹਿ ਰਿਹਾ, ਗੁਰੂ ਸਾਹਿਬ ਦਾ ਸਾਡਾ ਸਿਧਾਂਤ ਆ, ਉਹ ਸਾਡੇ ਠੇਕੇਦਾਰਾਂ ਨੇ ਲੀਰੋ ਲੀਰ ਕਰਤਾ ਹੈ। ਗੁਰੂ ਸਾਹਿਬ ਦੀ ਜਿਹੜੀ ਮਰਜ਼ਾਦਾ ਉਹ ਖਤਮ ਕਰ ਦਿੱਤੀ ਹੈ। ਅਸੀਂ ਇਹੀ ਤਹਈਆ ਕੀਤਾ ਵੀ ਸੰਗਤ ਜੀ ਸਾਡਾ ਸਾਥ ਦੇ ਜਿਹਨਾਂ ਸਾਨੂੰ ਮਿਲਣਾ ਚਾਹੀਦਾ ਸੀ ਪੂਰੇ ਵਰਲਡ ਦੇ ਵਿੱਚੋਂ, ਉਹ ਸਾਨੂੰ ਸਾਥ ਨਹੀਂ ਮਿਲਿਆ। ਖਾਸ ਕਰਕੇ ਪੂਰਨ ਤੌਰ 'ਤੇ ਜਿਹੜੀਆਂ ਜਥੇਬੰਦੀਆਂ ਨੇ, ਉਹਨਾਂ ਨੇ ਕਿਸੇ ਨੇ ਸਾਥ ਨਹੀਂ ਦਿੱਤਾ। ਪਤਾ ਨਹੀਂ ਇਹ ਕਹਿੰਦਾ ਵੀ ਇਹ ਮੂਹਰੇ ਕੰਮ ਕਰਨ ਲੱਗੇ ਵੀ ਲੱਤਾਂ ਖਿੱਚੋ ਵਾਲਾ ਕੰਮ। ਨਹੀਂ ਬਾਬਾ ਜੀ, ਅਕਾਲ ਪੁਰਖ ਦੀ ਰਹਿਮਤ ਆ। ਤੇ ਤੁਸੀਂ ਸਾਡੇ ਚੈਨਲ ਵੱਲੋਂ ਵੀ, ਸੰਗਤਾਂ ਵੱਲੋਂ ਵੀ ਇਹ ਬੇਨਤੀ, ਅਸੀਂ ਲੋਕਾਂ ਦੇ ਸੁਝਾਅ ਵੀ ਲਏ ਸੀ, ਤੁਸੀਂ ਇੱਕ 5 ਮੈਂਬਰੀ ਕਮੇਟੀ ਬਣਾ ਕੇ ਪੰਜਾਬ ਨੂੰ ਤੋਰੋ। ਫਿਲਹਾਲ ਕਿਸੇ ਨਾਲ ਵੀ
ਜਿਹੜਾ ਪੂਰਾ ਰਿਵਿਊ ਤਾਂ ਕਰੋ ਵੀ ਗੁਰਦੁਆਰਿਆਂ ਦੇ ਹਾਲਾਤ ਕੀ ਨੇ ਪੂਰੇ ਪੰਜਾਬ ਦੇ ਵਿੱਚ, ਕਿਉਂਕਿ ਜਿਹੜੇ ਇਤਿਹਾਸਕ ਕੁਝ ਗੁਰਦੁਆਰੇ ਨੇ ਉਹਨਾਂ ਦੀ ਗੱਲ ਬਾਹਰ ਆਉਂਦੀ, ਜਿਹੜੇ ਪਿੰਡ ਲੈਵਲ ਤੇ ਮਾਲਵੇ ਦੇ ਵਿੱਚ ਗੁਰਦੁਆਰਾ ਸਾਹਿਬ ਨੇ ਉਹਨਾਂ ਬਹੁਤ ਗੁਰਦੁਆਰਾ ਸਾਹਿਬਾਂ ਦੇ ਵਿੱਚ ਜਗ੍ਹਾ ਬਣੀਆਂ ਨੇ, ਮੱਠਾਂ ਤੇ ਗੁਰਦੁਆਰਾ ਸਾਹਿਬ ਬਣੇ ਨੇ, ਕਿਤੇ ਕੁਛ ਕਿਤੇ ਕੁਛ। ਇਹ ਇੱਕ ਰਿਵਿਊ ਤੱਕ ਹੋਣਾ ਚਾਹੀਦਾ ਨਿਹੰਗ ਸਿੰਘਾਂ ਦੇ ਕੋਲ। ਮੈਂ ਤਾਂ ਇਹ ਕਹਿਣਾ ਚਾਹੁੰਦਾ ਵੀ ਤੁਸੀਂ ਦੇਖੋ ਜਿਹੜੇ ਗੁਰਦੁਆਰੇ 4-4 5-5 ਬਣਾਏ ਨੇ, ਇੱਕ ਬਣਾ ਲਓ। ਇੱਕ ਬਣਾ ਲਓ, ਇਹ ਵੀ ਹਾਂਜੀ ਜਿੱਥੇ ਅਸੀਂ ਗੁਰੂ ਘਰ ਇੱਕ ਬਣਾਉਣਾ, ਉੱਥੇ ਅਸੀਂ ਜਿਹੜੇ ਜਾਤ ਪਾਤ ਖਤਮ ਕਰਨੀਆਂ, ਜਿਹੜੇ ਸਿਵੇ ਨੇ ਜਿਹੜੇ ਸ਼ਮਸ਼ਾਨ ਉਹ ਵੀ ਇੱਕ ਜੀ ਕਰਨੇ ਚਾਹੀਦੇ ਨੇ। ਕਰਾਂਗੇ ਵੀ ਅਸੀਂ, ਇਹ ਸੰਗਤ ਨੂੰ ਅਪੀਲ ਕਰਾਂਗੇ, ਸੰਗਤ ਨੇ ਕਰਨਾ। ਦੇਖੋ ਗੁਰੂ ਸਾਹਿਬ ਦੀ ਮਰਜ਼ਾਦਾ ਇੱਕ, ਦੇਖੋ ਸਾਡਾ ਖੂਨ ਤਾਂ ਇੱਕੋ ਹੀ ਆ ਨਾ। ਬਿਲਕੁਲ ਬਿਲਕੁਲ ਜੀ। ਜੇ ਕਿਸੇ ਲਾਲ ਪੀਲਾ ਉਹ ਦੱਸ ਦਿਓ, ਕਿ ਹਰਾ ਹੋਰਾ ਹੈਗਾ ਤਾਂ ਦੱਸ ਦਿਓ। ਇੱਕੋ ਹੀ ਖੂਨ ਆ, ਲਾਲ ਰੰਗ ਦਾ ਸਾਰਿਆਂ ਦੇ ਵਿੱਚ। ਅਸੀਂ ਗੁਰੂ ਸਾਹਿਬ ਦੇ ਸਾਜੇ ਹੋਏ ਆ, ਉਹ ਅਕਾਲ ਪੁਰਖ ਦੀ ਫੌਜ ਆ ਇਹ ਸਾਰੀ। ਜਿਹੜਾ ਬਾਬਾ ਜੀ ਇਹ ਜਿਹੜਾ ਸਾਰਾ ਇਹ ਹੁਣ ਬੜਾ ਵੱਡਾ ਜਿਹੜਾ ਸੰਘਰਸ਼ ਚੱਲਣ ਡਿਆ, ਉਸ ਸੰਘਰਸ਼ ਨੂੰ ਬੰਨੇ ਜਦੋਂ ਲੱਗਦਾ ਆ, ਉਸ ਤੋਂ ਬਾਅਦ ਤੁਸੀਂ ਇਹ ਵੱਡੇ ਪ੍ਰੋਗਰਾਮ ਜਿਹੜੇ ਉਹ ਲਿਖੋ, ਸੰਗਤ ਵੀ ਤੁਹਾਡਾ ਸਾਥ ਦੇਗੀ, ਅਸੀਂ ਵੀ ਅਪੀਲ ਕਰਾਂਗੇ ਸਾਡੇ ਚੈਨਲ ਵੱਲੋਂ ਜੋ ਚਾਹੀਦਾ ਅਸੀਂ ਤੁਹਾਡੇ ਨਾਲ ਵੀ ਜਾਵਾਂਗੇ, ਕਵਰੇਜ ਵੀ ਕਰਾਂਗੇ, ਸੰਗਤ ਨੂੰ ਦੱਸਾਂਗੇ, ਸੰਗਤ ਨੂੰ ਤੁਹਾਡੇ ਸਹਿਯੋਗ ਲਈ ਅਸੀਂ ਬੇਨਤੀਆਂ ਵੀ ਕਰਾਂਗੇ। ਸੋ ਉਹ ਸੰਘਰਸ਼, ਕਿਉਂਕਿ ਉਹ ਬੜਾ ਵੱਡਾ ਸੰਘਰਸ਼ ਆ ਤੇ ਬਹੁਤ ਗੱਲਾਂ ਤਾਂ ਤੋਰੀਆਂ ਜਾ ਸਕਦੀਆਂ ਨੇ ਜੇ ਬਹੁਤ ਸਮੂਹ ਤੁਹਾਡੇ ਨਾਲ ਹੋਵੇ। ਦੇਖੋ ਮੈਂ ਤਾਂ ਪਹਿਲੇ ਇਹ ਜਿਹੜਾ ਕਾਰਜ ਸੀ, ਹੁਣ ਵੱਡੀਆਂ ਸਾਰੀਆਂ ਸਿਰਮੌਰ ਜਥੇਬੰਦੀਆਂ ਨੇ, ਸ਼੍ਰੋਮਣੀ ਕਮੇਟੀ ਆ, ਅਕਾਲ ਤਖਤ ਸਾਹਿਬ ਆ, ਨਿਹੰਗ ਸਿੰਘ ਜਥੇਬੰਦੀਆਂ ਨੇ, ਟਕਸਾਲਾਂ ਨੇ, ਇਹਨਾਂ ਕੋਲੇ ਕਿਸੇ ਚੀਜ਼ ਦੀ ਪਹਿਲਾਂ ਮੈਨੂੰ ਦੱਸੋ ਘਾਟ ਆ? ਕਿਸੇ ਜਾਇਦਾਦ ਦੀ ਘਾਟ ਹੈ ਇਹਨਾਂ ਕੋਲੇ, ਕਿਸੇ ਪੈਸੇ ਦੀ ਘਾਟ ਹੈ, ਨਿਹੰਗ ਸਿੰਘਾਂ ਦੀ ਘਾਟ ਆ, ਹਥਿਆਰਾਂ ਦੀ ਇਹਨਾਂ ਕੋਲੇ ਘਾਟ ਆ, ਕਿਹੜੀ ਚੀਜ਼ ਦੀ ਘਾਟ ਆ? ਗੱਡੀਆਂ ਦੀ ਘਾਟ ਆ? ਮੈਨੂੰ ਦੱਸੋ ਤਾਂ ਸਹੀ। ਤੇ ਇਹਨਾਂ ਨੂੰ ਇਹ ਉਪਰਾਲੇ ਕਰਨੇ ਚਾਹੀਦੇ ਸੀ, ਪਰ ਨਹੀਂ। ਜੇ ਨਹੀਂ ਕਰ ਸਕਦੇ ਗੱਡੀਆਂ ਤਾਂ ਗੱਡੀਆਂ ਤੇ ਬਸਤਰ ਤੇ ਜਿਹੜਾ ਅੱਜ ਕੱਲ 100 ਤੋਂ ਉੱਤੇ ਪਾਰ ਤੇਲ ਹੋ ਗਿਆ ਆ, ਨਹੀਂ ਕਰ ਸਕਦੇ, ਸਹਿਯੋਗ ਤਾਂ ਦੇਣ ਫਿਰ। ਮੈਂ ਕਹਿੰਦਾ ਵੀ ਸਾਡਾ ਸਹਿਯੋਗ ਕਰੋ। ਦੇਸ਼ ਵਿਦੇਸ਼ ਦੀਆਂ ਸੰਗਤਾਂ ਸਾਡਾ ਬਹੁਤ ਸਹਿਯੋਗ ਕਰ ਰਹੀਆਂ, ਤਕਰੀਬਨ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਅਸੀਂ ਵੱਡੇ ਪੱਧਰ ਤੇ ਅਸੀਂ ਬਦਲਾਅ ਲਿਆਉਣਾ ਚਾਹੁੰਦੇ ਹਾਂ। ਜਿਹੜੇ ਸਾਡੇ ਗੁਰੂ ਘਰਾਂ ਦਾ ਪ੍ਰਬੰਧ ਮਾੜਾ ਹੋ ਗਿਆ, ਸਭ ਤੋਂ ਵੱਡੀ ਤਾਂ ਇਹ ਅਸੀਂ ਬਦਲਾਅ ਲਿਆਵਾਂਗੇ। ਦੂਸਰਾ ਨੰਬਰ, ਜਿਹੜੇ ਸਾਡੇ ਸਰਕਾਰਾਂ ਨੇ, ਅਸੀਂ ਉਹ ਵੀ ਚਾਹੁੰਦੇ ਹਾਂ ਵੀ ਉਹ ਵੀ ਕੋਈ ਚੰਗੇ ਜਿਹੜੇ ਉਮੀਦਵਾਰ ਅਕਸ ਵਾਲੇ ਨੇ ਉਹ ਖੜੇ ਕੀਤੇ ਜਾਣ। ਦੇਖੋ ਨਾ ਤਾਂ ਮੈਂ ਮੁੱਖ ਮੰਤਰੀ ਬਣਨਾ, ਨਾ ਮੈਂ ਗ੍ਰਹਿ ਮੰਤਰੀ ਬਣਨਾ, ਮੈਂ ਤਾਂ ਇੱਕ ਕਹਿੰਦਾ ਵੀ ਚੰਗਾ ਪੰਜਾਬ ਦੇ ਵਿੱਚ ਸਿਰਜਿਆ ਜਾਵੇ। ਜਿਹੜੀ ਸਾਡੀ ਨੌਜਵਾਨੀ ਆ, ਜਿਹੜਾ ਖਾਲਸਾ ਪੰਥ ਨੂੰ RSS ਖਤਮ ਕਰਨਾ ਚਾਹੁੰਦੀ ਆ, ਉਹਨੂੰ ਅਸੀਂ ਇਕੱਠੇ ਹੋ ਕੇ ਚੰਗੇ ਅਕਸ ਵਾਲੇ ਜੇ ਸਾਡੀਆਂ ਸਰਕਾਰਾਂ ਹੋਣਗੀਆਂ, ਸਾਡੇ ਹੱਥ ਵਿੱਚ ਤਾਕਤ ਹੋਊਗੀ। ਦੇਖੋ ਨਾ ਤਾਂ ਸਾਡੇ ਕੋਲ ਸ਼੍ਰੋਮਣੀ ਕਮੇਟੀ ਦੀ ਤਾਕਤ ਹੈ, ਨਾ ਕੋਲ ਸਾਡੇ ਸਰਕਾਰ ਦੇ ਵਿੱਚ ਤਾਕਤ ਆ ਜਿਹਦੇ ਨਾਲ ਅਸੀਂ ਆਪਦਾ ਕੋਈ ਤਾਕਤ ਦਿਖਾ ਸਕੀਏ। ਸਾਡੇ ਕੋਲ ਜੇ ਤਾਕਤ ਹੈ ਤਾਂ ਉਹ ਸੰਗਤ ਦੀ ਤਾਕਤ ਹੈ, ਸੰਗਤ ਦੀ ਤਾਕਤ ਹੈ ਜੀ। ਸੰਗਤ ਦੀ ਤਾਕਤ ਹੈ। ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹੀ ਅਪੀਲ ਕਰੂੰਗਾ ਸਾਰੀਆਂ ਸੰਗਤਾਂ ਨੂੰ ਵੀ ਤੁਸੀਂ ਸਾਡਾ ਡਟ ਕੇ ਸਾਥ ਦਿਓ। ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੜੀ ਮਰਜ਼ਾਦਾ, ਜਿਹੜਾ ਸਾਨੂੰ ਸੰਵਿਧਾਨ ਦਿੱਤਾ ਹੈ, ਬਾਬਾ ਬੰਦਾ ਸਿੰਘ ਬਹਾਦਰ ਨੇ ਜਿਹੜਾ ਰਾਜ ਕਾਇਮ ਕੀਤਾ ਸੀ, ਅਸੀਂ ਤੁਹਾਨੂੰ ਉਹ ਕਰਕੇ ਦਿਖਾਵਾਂਗੇ। ਚਾਹੇ ਸਾਨੂੰ ਆਪਣੀ ਇਹ ਜੀਵਨ ਸੰਗਤਾਂ ਦੇ ਲੇਖੇ ਲਾਉਣਾ ਪੈ ਜੇ, ਕਿਉਂ ਵੱਡੀ ਤੋਂ ਵੱਡੀ ਕੋਈ ਕੁਰਬਾਨੀ ਵੀ ਦੇਣੀ, ਸੀਸ ਵੀ ਸਾਨੂੰ ਦੇਣਾ ਪੈ ਜੇ, ਅਸੀਂ ਹਾਜ਼ਰ ਹਾਂ। ਇਸ ਕਰਕੇ ਸੰਗਤ ਹੀ ਸਾਡਾ ਸਾਥ ਦਿਓ।